ਕਿਸਮਤ ਫਿਰੀ ਜਮਾਨੇ ਨੇ ਗੇੜ ਲਾਇਆ, ਕੀਤੀ ਆਪ ਕਿਰਪਾ ਕਰਤਾਰ ਸਾਨੂੰ। ਚਲੋ ਹਿੰਦੀਓ ਚਲੋ ਕਨੇਡੜੇ ਨੂੰ, ਕਿਹਾ ਸਿੰਘ ਗੁਰਦਿੱਤ ਸਰਦਾਰ ਸਾਨੂੰ। ਦੁਖੀ ਸੁਖੀ ਪੈਸਾ ਜਮ੍ਹਾਂ ਕਰਕੇ, ਕੀਤਾ ਸਾਰਿਆਂ ਤਾਈਂ ਤਿਆਰ ਸਾਨੂੰ। ਡਾਲੇ 70,000 ਨੂੰ ਵੋਟ ਲੈ ਕੇ, ਕੀਤਾ ਸਾਰਿਆਂ ਨੂੰ ਅਸਵਾਰ ਸਾਨੂੰ। ਸਾਕਾ ਕਾਮਾਗਾਟਾ ਮਾਰੂ ਦੀ ਦੂਜੀ ਕਿਸ਼ਤ ਲੈ ਕੇ ਹਾਜ਼ਰ ਹਾਂ। ਏਸ਼ੀਆਈ ਮਾੜੇ ਹਿੰਦੀ ਘਟੀਆ, ਸੁਣੋ ਹਿੰਦੀਓ ਜਰਾ ਧਿਆਨ ਦੇ ਕੇ। ਗੱਲਾਂ ਸੁਣਦਿਆਂ ਸਾਰ ਘਬਰਾਵਣਾ ਨਾ, ਸਾਡਾ ਹਾਲ ਗਰੀਬਾਂ ਦਾ ਦਰਦ ਭਰਿਆ। ਖੋਲ ਦੱਸਦੇ ਹਾਂ ਮੂੰਹ ਪੁਆਵਣਾ ਨਾ, ਖੋਲ ਦੱਸਦੇ ਹਾਂ ਮੂੰਹ ਪੁਆਵਣਾ ਨਾ। ਗਦਰ ਗੂੰਜ ਅਕਤੂਬਰ 1914। ਜਿਵੇਂ ਕਿ ਪਿੱਛੇ ਜ਼ਿਕਰ ਆਇਆ ਹੈ ਕਿ ਸਭ ਤੋਂ ਪਹਿਲਾਂ ਚੀਨੀ ਅਤੇ ਫਿਰ ਜਾਪਾਨੀ ਕੈਨੇਡਾ ਆਏ ਸਨ। ਉਹ ਰੇਲਵੇ ਲਾਈਨਾਂ ਵਿਛਾਉਣ, ਜੰਗਲ ਆਬਾਦ ਕਰਨ, ਖਾਨਾਂ ਵਿੱਚ ਲਾਏ ਜਾਣ ਲੱਗੇ। ਚੂੰਕਿ ਮਾਲਕਾਂ ਨੂੰ ਇਹ ਸਥਾਨ ਗੋਰਿਆਂ ਨਾਲੋਂ ਕਿਤੇ ਸਸਤੇ ਵੱਧ ਪੈਂਦੇ ਸਨ, ਭਾਵ ਇਹਨਾਂ ਦੀ ਦਿਹਾੜੀ ਗੋਰਿਆਂ ਦੇ ਮੁਕਾਬਲੇ ਅੱਧ ਤੋਂ ਵੀ ਘੱਟ ਸੀ, ਤੇ ਇਸੇ ਕਰਕੇ ਹੀ ਮਾਲਕਾਂ ਤੇ ਗੋਰੇ ਮਜ਼ਦੂਰਾਂ ਵਿਚਾਲੇ ਝਗੜਾ ਚੱਲ ਪਿਆ। ਹੁਣ ਛੇਤੀ ਹੀ ਗੋਰੇ ਮਜ਼ਦੂਰਾਂ ਨੇ ਹੋਰ ਕੋਈ ਪੇਸ਼ਜਾਂਦੀ ਨਾ ਦੇਖ ਇਹਨਾਂ ਬਾਹਰਲਿਆਂ ਮੁਲਕਾਂ ਵਿਰੁੱਧ ਜਹਾਦ ਦਾ ਬਿਗਲ ਵਜਾ ਦਿੱਤਾ। ਤਾਂ ਫਿਰ BC ਦੀਆਂ ਮਜ਼ਦੂਰ ਜਥੇਬੰਦੀਆਂ, ਸਿਆਸਤਦਾਨਾਂ, ਅਖਬਾਰਾਂ ਅਤੇ ਇੱਥੋਂ ਤੱਕ ਕਿ ਪਾਦਰੀਆਂ ਨੇ ਵੀ ਚੀਨੀਆਂ ਜਾਪਾਨੀਆਂ ਦੀ ਆਮਦ ਦਾ ਸਿਰ ਤੋੜ ਵਿਰੋਧ ਵਿੱਢ ਲਿਆ। ਇਸ ਸਿਰ ਕੱਢ ਰਸਾਲੇ ਪ੍ਰੋਵਿੰਸ ਨੇ ਦੁਹਾਈ ਦਿੱਤੀ ਕਿ ਨਵੇਂ ਆਏ ਲੋਕੀ ਤਾਂ ਸਾਡੇ ਤੇ ਹਾਵੀ ਹੋ ਜਾਣਗੇ। ਲਗਭਗ ਇਸੇ ਤਰ੍ਹਾਂ ਹੀ ਜਿਵੇਂ ਅਜੋਕੇ ਪੰਜਾਬ ਅੰਦਰ ਬਾਹਰਲੇ ਸੂਬਿਆਂ ਤੋਂ ਆ ਰਹੀ ਵਸੋਂ ਦੇ ਮੁੱਦੇ ਤੇ ਕਈ ਲੋਕੀ ਬਵੇਲਾ ਮਚਾਉਂਦੇ ਨੇ। ਦਾ ਟ੍ਰਿਬਿਊਨ ਲਾਹੌਰ, ਬੁੱਧਵਾਰ ਜੁਲਾਈ 29, 1914। ਕੀ ਸੱਚਮੁੱਚ ਹੀ ਪੰਜਾਬੀ ਪ੍ਰਵਾਸੀ ਘਟੀਆ ਹਨ? ਵੈਸੇ ਤਾਂ ਅੱਜ ਕੱਲ੍ਹ ਬ੍ਰਿਟਿਸ਼ ਕੋਲੰਬੀਆ ਵਿੱਚ ਵਸੇ ਪੰਜਾਬੀਆਂ ਵਿਰੁੱਧ ਭੰਡੀ ਪੰਜਾਬ ਦਾ ਕੋਈ ਹੱਦ ਬੰਨਾ ਨਹੀਂ ਰਿਹਾ, ਪਰ ਇਸ ਮਾਮਲੇ ਵਿੱਚ ਉੱਥੋਂ ਦੇ ਇੱਕ ਅਖਬਾਰ ਵਿਕਟੋਰੀਆ ਕਲੋਨਿਸਟ ਦੀ ਟਿੱਪਣੀ ਆਪਣੀ ਮਿਸਾਲ ਆਪ ਹੀ ਹੈ, ਜਿਹਦੇ ਅਨੁਸਾਰ ਜਿਹੜੇ ਸਿੱਖ ਕੁਝ ਕੁ ਸਾਲ ਪਹਿਲਾਂ ਸਾਡੀਆਂ ਬੰਦਰਗਾਹਾਂ 'ਤੇ ਠਰੂ ਕਰਦੇ ਸੀ, ਉਹ ਹੁਣ ਵੱਡੇ ਫਾਰਮਾਂ 'ਤੇ ਸ਼ਹਿਰੀ ਆਬਾਦੀਆਂ, ਬੰਗਲਿਆਂ, ਮੋਟਰ ਕਾਰਾਂ, ਘੋੜਿਆਂ, ਡੇਅਰੀ ਫਾਰਮਾਂ ਤੇ ਲੱਕੜੀ ਦੇ ਕਾਰਖਾਨਿਆਂ ਤੇ ਕਰਤਾ ਧਰਤਾ ਬਣੇ ਹੋਏ ਹਨ। ਸੱਚਾਂ ਦਾ ਸੱਚ ਇਹ ਹੈ ਕਿ ਭਾਵੇਂ ਅਸੀਂ ਇਹਨਾਂ ਦੇ ਇੱਥੇ ਵਸੇਬੇ ਦਾ ਇਸ ਲਈ ਹੀ ਵਿਰੋਧ ਕਰ ਰਹੇ ਹਾਂ ਕਿ ਉਹ ਸਾਡੀ ਨਸਲ ਦੇ ਨਹੀਂ ਹਨ ਜਾਂ ਕਿ ਉਹ ਗੈਰ ਈਸਾਈ ਹਨ, ਪਰ ਸਾਨੂੰ ਜਿਹੜੀ ਚਿੰਤਾ ਵੱਡ ਖਾਈ ਜਾ ਰਹੀ ਹੈ ਉਹ ਹੈ ਕਿ ਇਹ ਲੋਕੀ ਕਿਸੇ ਵੀ ਖੇਤਰ ਵਿੱਚ ਜਿੱਥੇ ਚਾਹੁਣ ਸਾਨੂੰ ਪਛਾੜ ਸਕਦੇ ਹਨ। ਹੋਰ ਕੋਈ ਚਾਰਾ ਨਾ ਜਾਂਦਾ ਦੇਖ ਕਈਆਂ ਨੇ ਇਹ ਸੁਝਾਅ ਦਿੱਤਾ ਕਿ ਉਹੀ ਕੈਨੇਡਾ ਆਵੇ ਜੋ ਕੋਈ ਨਾ ਕੋਈ ਯੂਰਪੀ ਜ਼ੁਬਾਨ ਪੜ੍ਹ ਲਿਖ ਲੈਂਦਾ ਹੋਵੇ, ਅਤੇ ਇੰਜ ਕਹਿ ਰਹੇ ਸਨ ਈਸਾਈ ਪਾਦਰੀ ਵੀ ਜੋ ਆਪਣੇ ਗਿਰਜਾ ਘਰਾਂ ਵਿੱਚ ਪ੍ਰਵਾਸੀ ਮੂਲਵਾਸੀ ਪ੍ਰਚਾਰਕਾਂ ਨੂੰ ਆਪਣੀ ਮਾਤ ਭਾਸ਼ਾ ਵਿੱਚ ਵਿਖਿਆਨ ਕਰਨ ਦੀ ਆਗਿਆ ਨਹੀਂ ਸੀ ਦਿੰਦੇ। ਨਸਲੀ ਵਿਤਕਰੇ ਦੇ ਸਾਰੇ ਹੱਦਾਂ ਬੰਨੇ ਟੱਪਦਿਆਂ ਗੋਰੇ ਉੱਥੋਂ ਦੇ ਮੂਲ ਨਿਵਾਸੀਆਂ ਨਾਲ ਵੀ ਗੁਲਾਮਾਂ ਵਾਲਾ ਵਰਤਾਓ ਕਰਦੇ ਸਨ। ਇਸ ਖਿੱਚੋ ਤਾਣ ਵਿਚਾਲੇ ਹੀ 20ਵੀਂ ਸਦੀ ਦੇ ਸ਼ੁਰੂ ਵਿੱਚ ਭਾਰਤ ਤੋਂ ਸਿੱਖਾਂ ਦੀ ਆਮਦ ਨੇ ਇਸ ਵਿਵਾਦ ਨੂੰ ਹੋਰ ਵੀ ਤਿੱਖਾ ਕਰ ਦਿੱਤਾ। ਉਹ ਇਸ ਲਈ ਵੀ ਕਿ ਕਈ ਮਿੱਲ ਮਾਲਕ ਤਾਂ ਇਹਨਾਂ ਨੂੰ ਚੀਨੀਆਂ ਜਾਪਾਨੀਆਂ ਨਾਲੋਂ ਇਸ ਲਈ ਤਰਜੀਹ ਦਿੰਦੇ ਸੀ ਕਿ ਉਹ ਆਪਣੇ ਤਕੜੇ ਜੁੱਸਿਆਂ ਦੇ ਬਲਬੂਤੇ ਉਹਨਾਂ ਨਾਲੋਂ ਕਿਤੇ ਵਧੇਰੇ ਉਪਯੋਗੀ ਸਿੱਧ ਹੋ ਰਹੇ ਸਨ। ਹੋਰਨਾਂ ਕੌਮਾਂ ਨਾਲੋਂ ਇਹਨਾਂ ਦਾ ਹੱਥ ਇਸ ਕਰਕੇ ਵੀ ਉੱਪਰ ਸੀ ਜਿਵੇਂ ਕੈਨੇਡਾ ਵਿੱਚ ਬਰਤਾਨਵੀ ਡੋਮੀਨੀਅਨ ਸੀ। ਕਿਸੇ ਹੱਦ ਤੱਕ ਉਸ ਤਰ੍ਹਾਂ ਭਾਰਤ ਵੀ ਅੰਗਰੇਜ਼ੀ ਰਾਜ ਤਹਿਤ ਹੋਣ ਕਰਕੇ ਕੈਨੇਡਾ ਦੀ ਕਾਨੂੰਨ ਪ੍ਰਣਾਲੀ ਇਹਨਾਂ ਲਈ ਓਪਰੀ ਨਹੀਂ ਸੀ, ਪਰ ਦੂਜੇ ਹੱਥ ਚੀਨੀ ਅਤੇ ਜਾਪਾਨੀ ਆਜ਼ਾਦ ਮੁਲਕਾਂ ਦੇ ਸ਼ਹਿਰੀ ਹੋਣ ਦੇ ਨਾਤੇ
ਆਪਣੇ ਕੈਨੇਡਾ ਸਥਿਤ ਸਰਾਫਤਖਾਨਿਆਂ ਦੀ ਸਹਾਇਤਾ ਲੈ ਸਕਦੇ ਸਨ ਤੇ ਘੱਟੋ ਘੱਟ ਕਾਨੂੰਨ ਦੀਆਂ ਨਜ਼ਰਾਂ ਵਿੱਚ ਵੀ ਉਹ ਉਸੇ ਤਰ੍ਹਾਂ ਹੀ ਇੱਕ ਆਜ਼ਾਦ ਦੇਸ਼ ਦੇ ਸ਼ਹਿਰੀ ਸਨ ਜਿਵੇਂ ਕਿ ਕੈਨੇਡੀਅਨ ਗੋਰੇ। ਇਹਨਾਂ ਦੇ ਟਾਕਰੇ ਭਾਰਤੀ ਪ੍ਰਵਾਸੀ ਬਰਤਾਨਵੀ ਸਰਕਾਰ ਦੀ ਪਰਜਾ ਜਾਂ ਰਿਆਇਆ ਹੀ ਸਨ, ਨਾਗਰਿਕ ਨਹੀਂ। ਪਰ ਨਾਲ ਚੂੰਕਿ ਸਿੱਖ ਸਾਬਕਾ ਫੌਜੀ ਆਪਣੀ ਨੌਕਰੀ ਦੌਰਾਨ ਅੰਗਰੇਜ਼ੀ ਸਲਤਨਤ ਦੀ ਸਲਾਮਤੀ ਖਾਤਰ ਖੂਨ ਵਹਾਉਂਦੇ ਰਹੇ ਸਨ, ਉਹ ਸੱਚੇ ਦਿਲੋਂ ਅੰਗਰੇਜ਼ ਸਰਕਾਰ ਤੋਂ ਆਪਣੇ ਹਿੱਤਾਂ ਦੀ ਰਖਵਾਲੀ ਲਈ ਨਿਤਰਨ ਦੀ ਪੱਕੀ ਆਸ ਲਾਈ ਬੈਠੇ ਸਨ ਤੇ ਉਹਨਾਂ ਦੀ ਅੰਗਰੇਜ਼ ਸਰਕਾਰ ਤੇ ਪੂਰੀ ਟੇਕ ਸੀ। ਇੱਥੇ ਹੀ ਦੱਸਣਾ ਜ਼ਰੂਰੀ ਹੈ ਕਿ ਕੈਨੇਡਾ ਅੰਦਰ ਉੱਥੋਂ ਦੀ ਗੋਰੀ ਵਸੋਂ ਅੰਦਰ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਸ਼ੁਭ ਚਿੰਤਕ ਤੇ ਬਲਕਿ ਪਾਸ਼ਕ ਵੀ ਮੌਜੂਦ ਸਨ। ਮਿਸਾਲ ਵਜੋਂ ਕੈਨੇਡਾ ਦੀ ਇੱਕ ਬਹੁਤ ਵੱਡੀ ਕੰਪਨੀ ਨੇ ਦੀ ਡੇਲੀ ਪ੍ਰੋਵਿੰਸ਼ੀਅਲ 1906 ਵਿੱਚ ਇੱਕ ਬਿਆਨ ਛਪਵਾਇਆ ਕਿ ਹਿੰਦੂ ਭਾਰਤੀ ਸਾਡੇ ਹੰਡੇ ਵਰਤੇ ਸਿਪਾਹੀ ਹਨ, ਉਹਨਾਂ ਨੂੰ ਆਪਣੀ ਕਵੈਦ ਤੋਂ ਇਲਾਵਾ ਕੁਝ ਵੀ ਨਹੀਂ ਸੀ ਆਉਂਦਾ। ਹਾਂ, ਮੈਂ ਵੀ ਚਾਹੁੰਦਾ ਹਾਂ ਕਿ ਸਾਨੂੰ ਗੋਰੇ ਮਜ਼ਦੂਰ ਹੀ ਮਿਲਦੇ ਰਹਿਣ, ਪਰ ਜੇ ਮੈਂ ਓਪਰਿਆਂ ਨੂੰ ਕੰਮ ਤੇ ਲਾਉਣਾ ਹੀ ਹੈ ਤਾਂ ਇਹਨਾਂ ਨੂੰ ਮੈਂ ਕੰਮ ਦੇਣਾ ਚਾਹਾਂਗਾ ਜੋ ਬਰਤਾਨਵੀ ਸਲਤਨਤ ਦੀ ਰਾਖੀ ਲਈ ਲੜਦੇ ਰਹੇ ਹਨ। ਇੱਕ ਹੋਰ ਗਲੈਂਡਸਟੋਨ ਨਾਂ ਦੇ ਨੇਤਾ ਨੇ ਕਿਹਾ ਸੀ ਕਿ ਹੈਰਾਨੀ ਦੀ ਗੱਲ ਹੈ ਕਿ ਇੱਥੇ ਕੁਝ ਸਿੱਖ ਕੁੱਲੀ ਮਜ਼ਦੂਰ ਬਣ ਕੇ ਆਏ ਸਨ। ਇਹ ਆਪਣੇ ਦੇਸ਼ ਅੰਦਰ ਉਚੇਰੀ ਜਾਤੀ ਵਿੱਚ ਸ਼ੁਮਾਰ ਕੀਤੇ ਜਾਂਦੇ ਹਨ ਤੇ ਉੱਥੇ ਆਪਣੀ ਖੇਤੀਬਾੜੀ ਤੋਂ ਇਲਾਵਾ ਫੌਜੀ ਅਤੇ ਨੀਮ ਫੌਜੀ ਰੋਜ਼ਗਾਰਾਂ ਨਾਲ ਹੀ ਸੰਬੰਧਿਤ ਹਨ। ਮੈਂ ਹਿੰਦੁਸਤਾਨ ਵਿੱਚ 15 ਸਾਲ ਰਹਿੰਦਿਆਂ ਜੋ ਅਨੁਭਵ ਕੀਤਾ, ਉਸ ਨਜ਼ਰੀਏ ਤੋਂ ਮੈਨੂੰ ਇਹ ਗੱਲ ਅਚੰਭੇ ਤੋਂ ਘੱਟ ਨਹੀਂ ਲੱਗਦੀ ਕਿ ਇਹ ਲੋਕੀ ਕੈਨੇਡਾ ਅਮਰੀਕਾ ਵਿੱਚ ਮਿਹਨਤ ਮਜ਼ਦੂਰੀ ਲਈ ਹੀ ਆ ਰਹੇ ਹਨ। ਇੱਕ ਹੋਰ ਪੱਖੋਂ ਇੱਕ ਮਾਹਰ ਸਰਜਨ ਡਾਕਟਰ ਜੋ ਕੈਨੇਡਾ ਦਾਖਲ ਹੋਣ ਵਾਲੇ ਸਾਰੇ ਪ੍ਰਵਾਸੀਆਂ ਦੀ ਡਾਕਟਰੀ ਜਾਂਚ ਲਈ ਨਿਯੁਕਤ ਸੀ, ਉਸ ਦੇ ਕਥਨ ਅਨੁਸਾਰ ਭਾਵੇਂ ਮੈਂ ਸ਼ੁਰੂ ਵਿੱਚ ਇਹਨਾਂ ਪ੍ਰਵਾਸੀਆਂ ਨੂੰ ਭੈੜੀ ਨਜ਼ਰ ਨਾਲ ਵੇਖਦਾ ਸਾਂ, ਪਰ ਮੈਂ ਇਸ ਤਜਰਬੇ ਦੌਰਾਨ ਇਸ ਕੋਝੇ ਨਜ਼ਰੀਏ ਤੋਂ ਮੁਕਤ ਹੋ ਗਿਆ। ਉਹ ਇਸ ਲਈ ਕਿ ਜਿੰਨੇ ਮੁਸਾਫਰ ਯੂਰਪੀ ਮੁਲਕਾਂ ਤੋਂ ਆਉਂਦੇ ਸਨ, ਉਹਨਾਂ ਦੇ ਮੁਕਾਬਲੇ ਇਹ ਗੈਰ ਯੂਰਪੀ ਵਿਅਕਤੀ ਤੇ ਖਾਸ ਕਰਕੇ ਸਿੱਖ ਕਿਤੇ ਵਧੇਰੇ ਰਿਸ਼ਟ-ਪੁਸ਼ਟ ਤੇ ਰੋਗ ਰਹਿਤ ਪਾਏ ਜਾਂਦੇ ਹਨ। ਜ਼ਿਕਰਯੋਗ ਹੈ ਕਿ ਯੂਰਪ ਨਾਲੋਂ ਕੈਨੇਡਾ ਵਿੱਚ ਰੋਜ਼ਗਾਰ ਦੇ ਮੌਕੇ ਵਧੇਰੇ ਹੋਣ ਕਰਕੇ ਪੱਛਮੀ ਦੇਸ਼ਾਂ ਚੋਂ ਵੀ ਲਗਾਤਾਰ ਥੋੜ੍ਹੇ ਬਹੁਤ ਵਿਅਕਤੀ ਕੈਨੇਡਾ ਦਾਖਲ ਹੁੰਦੇ ਹੀ ਆਏ ਹਨ। ਇੱਕ ਹੋਰ ਟਿੱਪਣੀਕਾਰ ਰੌਬਰਟਸਨ ਨੇ ਕਿਹਾ ਹੈ ਕਿ ਸਿੱਖ ਆਪਣੇ ਬੇਰੁਜ਼ਗਾਰ ਭਾਈ ਬੰਦਾਂ ਦੀ ਪੂਰੀ ਦੇਖਭਾਲ ਕਰਦੇ ਹਨ ਤਾਂ ਕਿ ਉਹ ਉੱਥੋਂ ਦੀ ਸਰਕਾਰ ਤੇ ਬੋਝ ਨਾ ਬਣਨ। ਏਸ਼ੀਆਈ ਕੱਢੋ ਲੀਗ ਦਾ ਸਥਾਪਨਾ। ਇਹ ਕਲੈਣੀ ਸੰਸਥਾ 12 ਅਗਸਤ 1907 ਨੂੰ ਗੋਰਿਆਂ ਦੀ ਮਜ਼ਦੂਰ ਯੂਨੀਅਨਾਂ, ਕੁਝ ਸਮਾਜੀ ਸੰਗਠਨਾਂ, ਬਰਤਾਨਵੀ ਸਲਤਨਤ ਦੇ ਕੁਝ ਸਾਬਕਾ ਅਫਸਰਾਂ ਤੇ ਕੁਝ ਈਸਾਈ ਪਾਦਰੀਆਂ ਦੀ ਗੰਢ ਧੁੱਪ ਨਾਲ ਹੋਂਦ ਵਿੱਚ ਆਈ ਸੀ। ਉਨੀ ਦਿਨੀ ਹੀ ਕੈਨੇਡਾ ਦੀ ਕਿਸੇ ਅਖਬਾਰ ਵਿੱਚ ਛਪੀ ਇੱਕ ਖਬਰ ਅਨੁਸਾਰ ਜਾਪਾਨੀ ਬੰਦਰਗਾਹ ਯੋਕੋਹਾਮਾ ਤੋਂ ਇੱਕ ਮੁਸਾਫਰ ਜਹਾਜ਼ ਕੈਨੇਡਾ ਲਈ ਰਵਾਨਾ ਹੋ ਗਿਆ, ਜਿਸ ਵਿੱਚ 1100 ਚੀਨੀ, 900 ਸਿੱਖ ਤੇ ਕੁਝ ਜਾਪਾਨੀ ਵੀ ਹਨ। ਇਸ ਖਬਰ ਨੇ ਬਲਦੀ ਤੇ ਤੇਲ ਛਿੜਕ ਦਿੱਤਾ। 7 ਸਤੰਬਰ 1907 ਨੂੰ ਏਸ਼ੀਆਈ ਕੱਢੋ ਲੀਗ ਦੇ ਸੱਦੇ ਤੇ ਵੈਂਕੂਵਰ ਸ਼ਹਿਰ ਵਿੱਚ ਵਿਸ਼ਾਲ ਜਲੂਸ ਨਿਕਲਿਆ ਜੋ ਹਜ਼ਾਰਾਂ ਦੀ ਗਿਣਤੀ ਵਿੱਚ ਸੀ। ਇਹ ਜਲੂਸ ਨਾਅਰੇ ਲਾ ਰਿਹਾ ਸੀ। ਉਹ ਇੰਜ ਸਨ: ਲੀਗ ਦਾ ਨਾਅਰਾ, ਗੋਰਾ ਕੈਨੇਡਾ, ਅਸੀਂ ਲੜਨ ਲਈ ਤਿਆਰ ਹਾਂ। ਅਸੀਂ ਹਰ ਕੀਮਤ ਤੇ ਕੈਨੇਡਾ ਦੀ ਰਾਖੀ ਕਰਾਂਗੇ। ਗੋਰੇ ਕੈਨੇਡਾ ਨੂੰ ਹੀ ਨਹੀਂ, ਲੋੜ ਸਸਤੇ ਏਸ਼ੀਆਈ ਕਾਮਿਆਂ ਦੀ। ਅਸੀਂ ਹਰ ਕੀਮਤ ਤੇ ਕੈਨੇਡਾ ਦੀ ਰਾਖੀ ਕਰਾਂਗੇ। ਗੋਰੇ ਕੈਨੇਡਾ ਨੂੰ ਨਹੀਂ ਲੋੜ ਸਸਤੇ ਏਸ਼ੀਆਈ ਕਾਮਿਆਂ ਦੀ। ਜਲੂਸ ਪਿੱਛੋਂ ਕੁਝ ਹੁੱਲੜਬਾਜ਼ਾਂ ਨੇ ਬੇਕਾਬੂ ਹੋ ਕੇ ਚੀਨੀ ਆਬਾਦੀ ਤੇ ਹੱਲਾ ਬੋਲ ਦਿੱਤਾ। ਚੀਨੀਆਂ ਨੇ ਕੋਈ ਵੀ ਮੁਕਾਬਲਾ ਨਾ ਕੀਤਾ, ਪਰ ਜਦੋਂ ਉਹ ਜਾਪਾਨੀਆਂ ਵਾਲੀ ਆਬਾਦੀ ਵਿੱਚ ਆ ਗਏ ਤਾਂ ਉਹਨਾਂ ਨੇ ਇੱਕ ਗੁੰਡਿਆਂ ਦਾ ਮੂੰਹ ਪਵਾ ਦਿੱਤਾ। ਸਿੱਖ ਇਸ ਹੁੱਲੜਬਾਜ਼ੀ ਤੋਂ ਤਾਂ ਬਚ ਗਏ,
ਕਿਉਂਕਿ ਉਹ ਦਿਸੇ ਹੀ ਨਹੀਂ। ਉਹ ਇਸ ਲਈ ਉਹਨਾਂ ਦੀ ਵਸੋਂ ਸ਼ਹਿਰੋਂ ਹਟਵੀਂ ਸੀ, ਜਦ ਕਿ ਇਹ ਕਾਂਡ ਸ਼ਹਿਰ ਦੇ ਧੁਰ ਅੰਦਰ ਵਾਪਰਿਆ ਸੀ। ਉੱਪਰਲੀਆਂ ਘਟਨਾਵਾਂ ਬਾਰੇ ਕੈਨੇਡਾ ਦੇ ਇੱਕ ਨਾਮਵਰ ਪਾਦਰੀ ਫਰੇਜ਼ਰ ਨੇ ਕਿਹਾ ਹੈ ਕਿ ਇਹਨਾਂ ਫਸਾਦੀਆਂ ਨੇ ਕੈਨੇਡਾ ਵਾਸੀਆਂ ਨੂੰ ਦ੍ਰਿੜਾਇਆ ਹੈ ਕਿ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮਾਨਤੇ। ਹੁਣ ਅਸੀਂ ਜਿਹੜੇ ਦੌਰ ਵਿੱਚੋਂ ਲੰਘ ਰਹੇ ਹਾਂ, ਇਹ ਗੱਲਾਂ ਬਾਤਾਂ ਦਾ ਸਮਾਂ ਨਹੀਂ, ਬਲਕਿ ਡਾਂਗ ਸੋਟੇ ਦਾ ਹੈ। ਏਸ਼ੀਆਈ ਕੱਢੋ ਲੀਗ ਦਾ ਟੀਚਾ ਸੀ ਕਿ ਇੱਕ ਵੀ ਹੋਰ ਚੀਨੀ, ਜਾਪਾਨੀ ਜਾਂ ਭਾਰਤੀ ਆਪਣੀ ਧਰਤੀ ਤੇ ਨਹੀਂ ਉਤਰਨ ਦੇਣਾ। ਸੋ ਉਹਨਾਂ ਲਗਾਤਾਰ ਇਸ ਤਰ੍ਹਾਂ ਦੇ ਜਲੂਸਾਂ ਦੁਆਰਾ ਸੁਭਾਈ ਤੇ ਕੇਂਦਰੀ ਹਕੂਮਤਾਂ ਤੇ ਦਬਾਅ ਪਾਉਣਾ ਜਾਰੀ ਰੱਖਿਆ। ਹੁਣ ਚੀਨ ਅਤੇ ਜਾਪਾਨ ਤਾਂ ਆਜ਼ਾਦ ਦੇਸ਼ ਸਨ ਤੇ ਉਹਨਾਂ ਦੇ ਕੈਨੇਡਾ ਸਥਿਤ ਰਾਜਦੂਤ ਵੇਲੇ ਕਵੇਲੇ ਇੱਥੋਂ ਦੀਆਂ ਸਰਕਾਰਾਂ ਕੋਲ ਆਪਣੇ ਨਾਗਰਿਕਾਂ ਦੀਆਂ ਤੰਗੀਆਂ ਤਕਲੀਫਾਂ ਦੇ ਮਾਮਲਿਆਂ ਦੀ ਪੈਰਵਾਈ ਕਰਦੀਆਂ ਰਹਿੰਦੀਆਂ ਸਨ। ਪਰ ਨਿਓਟੇ ਹਿੰਦੀਆਂ ਦੀ ਖਬਰ ਸਾਰ ਹਿੰਦ ਸਰਕਾਰ ਨੂੰ ਹੀ ਲੈਣੀ ਬਣਦੀ ਸੀ। ਉਹ ਨਾ ਸਿਰਫ ਤਮਾਸ਼ਬੀਨ ਦੀ ਹੀ ਭੂਮਿਕਾ ਨਿਭਾ ਰਹੀ ਸੀ, ਬਲਕਿ ਅੰਦਰ ਖਾਤੇ ਆਪਣੀ ਪਰਜਾ ਦੇ ਵਿਰੋਧੀਆਂ ਦੀ ਪਿੱਠ ਠੋਕ ਰਹੀ ਸੀ। ਕਾਨੂੰਨੀ ਸਕੰਜਾ ਪ੍ਰਵਾਸੀਆਂ ਵਿਰੁੱਧ ਇੱਕ ਅਜਿਹੀ ਕਮੀਨੀ ਚਾਲ ਚੱਲੀ ਗਈ ਜਿਹਦੇ ਨਾਲ ਸੱਪ ਵੀ ਮਰ ਜਾਏ ਤੇ ਲਾਠੀ ਵੀ ਟੁੱਟੇ। ਤਦ ਅਨੁਸਾਰ 8 ਜਨਵਰੀ 1908 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, ਜਿਸ ਤਹਿਤ ਕੇਵਲ ਉਸ ਮੁਸਾਫਰ ਨੂੰ ਹੀ ਜਹਾਜ਼ਾਂ ਤੋਂ ਉਤਰਨ ਦਿੱਤਾ ਜਾਏਗਾ ਜੋ ਆਪਣੀ ਪਿਤਰੀ ਧਰਤੀ ਤੋਂ ਸਿੱਧੀ ਸਮੁੰਦਰੀ ਯਾਤਰਾ ਰਾਹੀਂ ਪਹੁੰਚੇਗਾ। ਅਸਿੱਧੇ ਰੂਪ ਵਿੱਚ ਇਹਨਾਂ ਦਾ ਨਿਸ਼ਾਨਾ ਭਾਰਤੀ ਹੀ ਸਨ, ਕਿਉਂਕਿ ਉਸ ਵੇਲੇ ਭਾਰਤ ਦੀ ਆਪਣੀ ਕੋਈ ਇਹੋ ਜਿਹੀ ਜਹਾਜ਼ ਕੰਪਨੀ ਨਹੀਂ ਸੀ ਜਿਸ ਦਾ ਜਹਾਜ਼ ਭਾਰਤ ਤੋਂ ਸਿੱਧਾ ਵੈਂਕੂਵਰ ਜਾਂਦਾ ਹੋਵੇ। ਹਿੰਦੀ ਮੁਸਾਫਰ ਤਾਂ ਪਹਿਲਾਂ ਹੀ ਚੀਨ ਜਾਂ ਜਾਪਾਨ ਪਹੁੰਚ ਕੇ ਉੱਥੋਂ ਕੈਨੇਡਾ ਵੱਲ ਨੂੰ ਜਾਇਆ ਕਰਦੇ ਸਨ। ਕੇਵਲ ਸਿੱਧੇ ਸਫ਼ਰ ਕਰਨ ਵਾਲੀ ਪਾਬੰਦੀ ਨਾਲ ਵੀ ਸੰਤੁਸ਼ਟ ਨਾ ਹੋ ਕੇ 9 ਅਕਤੂਬਰ 1910 ਨੂੰ ਇੱਕ ਹੋਰ ਸ਼ਰਤ ਵੀ ਮਾਰ ਦਿੱਤੀ ਗਈ ਕਿ ਕੈਨੇਡਾ ਉਤਰਨ ਵਾਲੇ ਹਰੇਕ ਯਾਤਰੀ ਕੋਲ ਘੱਟੋ ਘੱਟ 200 ਕੈਨੇਡੀਅਨ ਡਾਲਰ ਨਕਦ ਹੋਣੇ ਚਾਹੀਦੇ ਨੇ, ਜੋ ਕਿ ਥੋੜਾ ਮਾਰੇ ਹਿੰਦੀ ਮੁਸਾਫਰਾਂ ਲਈ ਜਟਾਉਣੇ ਲਗਭਗ ਅਸੰਭਵ ਸਨ। ਹਿੰਦੀਆਂ ਦੇ ਸਿਰਾਂ ਤੋਂ ਪਾਣੀ ਉਦੋਂ ਟੱਪ ਗਿਆ ਜਦੋਂ ਪਹਿਲਾਂ ਪਹੁੰਚ ਚੁੱਕੇ ਪ੍ਰਵਾਸੀਆਂ ਦੇ ਪਰਿਵਾਰਾਂ ਦੀ ਆਮਦ ਤੇ ਹੀ ਇਹ ਪਾਬੰਦੀਆਂ ਆਇਦ ਕਰ ਦਿੱਤੀਆਂ ਗਈਆਂ। ਹੁਣ ਜਿਨ੍ਹਾਂ ਨਿਆਸਰਾਂ ਦੀ ਧੌਣ ਤੇ ਇਹ ਛੁਰੀ ਫੇਰੀ ਜਾ ਰਹੀ ਸੀ, ਉਹਨਾਂ ਵਿੱਚ ਬਹੁ ਗਿਣਤੀ ਸਾਬਕਾ ਫੌਜੀਆਂ ਦੀ ਸੀ, ਜਿਨ੍ਹਾਂ ਦੇ ਦਿਲਾਂ ਅੰਦਰ ਸਰਕਾਰ ਮਾਈ ਬਾਪ ਦੀ ਧਾਰਨਾ ਸਰਵ ਵਿਆਪਕ ਸੀ ਅਤੇ ਬਰਤਾਨਵੀ ਸਰਕਾਰ ਦੀ ਔਕੜ ਵੇਲੇ ਉਹ ਜਾਨਾਂ ਦੀ ਬਾਜੀ ਵੀ ਲਾ ਦਿੰਦੇ ਰਹੇ ਸਨ। ਉਹਨਾਂ ਨੂੰ ਸਰਕਾਰ ਤੇ ਪੂਰੀ ਟੇਕ ਸੀ ਕਿ ਉਹ ਉਹਨਾਂ ਦਾ ਹੀ ਪੱਖ ਪੂਰੇਗੀ। ਆਪਣੀ ਫਰਿਆਦ ਨੂੰ ਹੱਕੀ ਤੇ ਜਾਇਜ਼ ਸਮਝਦਿਆਂ ਉਹਨਾਂ ਨੇ ਕੈਨੇਡਾ, ਲੰਡਨ ਅਤੇ ਦਿੱਲੀ ਦੀਆਂ ਸਰਕਾਰਾਂ ਕੋਲ ਆਪਣੇ ਡੈਪੂਟੇਸ਼ਨ ਭੇਜ ਕੇ ਉਹਨਾਂ ਨੂੰ ਆਪਣੇ ਹੱਕ ਵਿੱਚ ਪ੍ਰੇਰਨਾ ਚਾਹਿਆ। ਉਹਨਾਂ ਨੇ ਰਣਨੀਤੀ ਇਹ ਅਪਣਾਈ ਕਿ ਸਭ ਤੋਂ ਪਹਿਲਾਂ ਪਰਿਵਾਰਾਂ ਨੂੰ ਬੁਲਾਉਣ ਦੇ ਮੁੱਦੇ ਨੂੰ ਉਭਾਰਿਆ ਜਾਵੇ। ਸੋ ਉਹਨਾਂ ਨਾਲ ਨੰਗਾ ਪੁੰਗਾ ਅਟਿਆ ਸੀ ਅਤੇ ਇਸ ਕਰਕੇ ਹੀ ਅਜੇ ਤੀਕ ਟਾਵਿਆਂ ਨੂੰ ਛੱਡ ਕੇ ਲਗਭਗ ਸਾਰਿਆਂ ਦੇ ਪਰਿਵਾਰ ਪਿੱਛੇ ਭਾਰਤ ਵਿੱਚ ਹੀ ਸਨ। ਇਸ ਮਕਸਦ ਲਈ ਸਭ ਤੋਂ ਪਹਿਲਾਂ ਖਾਲਸਾ ਦੀਵਾਨ ਵੈਂਕੂਵਰ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ਉਸ ਗੁਰਦੁਆਰੇ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਖੁਰਦਪੁਰ ਦਸੰਬਰ 1911 ਨੂੰ ਭਾਰਤ ਆਏ ਅਤੇ ਪਰਿਵਾਰਾਂ ਸਮੇਤ ਕੈਨੇਡਾ ਵਾਪਸ ਪਹੁੰਚ ਕੇ ਪਰਿਵਾਰਾਂ ਦੇ ਦਾਖਲੇ ਦੀ ਜਾਂਚਨਾ ਕੀਤੀ। ਨਾਲ ਹੀ ਇੱਕ ਵਫਦ ਨੇ ਇਸ ਮਕਸਦ ਲਈ ਕੈਨੇਡੀਅਨ ਸਰਕਾਰ ਕੋਲ ਵੀ ਪਹੁੰਚ ਕੀਤੀ, ਜਿਸ ਨੇ ਵਫਦ ਨੂੰ ਮਾਮਲੇ ਤੇ ਹਮਦਰਦੀ ਨਾਲ ਗੌਰ ਕਰਨ ਲਈ ਭਰੋਸਾ ਤਾਂ ਦਿੱਤਾ, ਪਰ ਉਧਰ ਇਹਨਾਂ ਦੋਵਾਂ ਪਰਿਵਾਰਾਂ ਨੂੰ ਇਮੀਗ੍ਰੇਸ਼ਨ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ। ਇਸ ਭੜਕਾਊ ਮਾਹੌਲ ਵਿੱਚ ਵੀ ਜੋ ਯਾਦ ਪੱਤਰ ਸੰਬੰਧਿਤ ਸਰਕਾਰਾਂ ਨੂੰ ਦਿੱਤਾ ਗਿਆ, ਉਹ ਇੱਕ ਅਤੀ ਠਰੰਮੇ ਨਾਲ ਉਲੀਕੀ ਗਈ ਦਸਤਾਵੇਜ਼ ਸੀ, ਜਿਸ ਵਿੱਚ ਪਰਿਵਾਰਾਂ ਨਾਲ ਰਹਿਣ ਤੇ ਨੈਤਿਕ ਆਧਾਰ, ਦੁਨਿਆਵੀ ਸੂਝ-ਬੂਝ, ਜ਼ਮੀਨੀ ਹਕੀਕਤਾਂ ਦਾ ਉਲੇਖ ਕੀਤਾ ਗਿਆ ਸੀ, ਜਿਸ ਤੋਂ ਕੋਈ ਵੀ ਖੁੱਲ੍ਹਦਿਲਾ ਵਿਅਕਤੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਸੀ ਰਹਿ ਸਕਦਾ। ਆਪਣੇ ਅਧਿਕਾਰਾਂ ਵੱਲ ਸੰਕੇਤ ਕਰਦਿਆਂ ਇਹ ਵੀ ਕਿਹਾ ਸੀ ਕਿ ਜਿੱਥੇ ਕਿਤੇ ਵੀ ਬਰਤਾਨੀਆ ਦੀ ਸਰਕਾਰ ਦੀ ਸਰਦਾਰੀ ਹੈ, ਉੱਥੇ ਵਿਚਰਨ ਲਈ ਬਰਤਾਨਵੀ ਸਲਤਨਤ ਦੇ ਸਾਰੇ ਨਿਵਾਸੀਆਂ ਨੂੰ ਬਰਾਬਰ ਦਾ ਅਧਿਕਾਰ ਹੋਣਾ ਚਾਹੀਦਾ ਹੈ।
ਇਸ ਲਿਖਤ ਦੇ ਤੱਤ, ਸਾਰ, ਸ਼ੈਲੀ ਅਤੇ ਲਹਿਜਾ ਸਾਰੇ ਇੱਕ ਦਿਸ਼ਾ ਵੱਲ ਸੰਕੇਤ ਕਰਦੇ ਸਨ ਕਿ ਬਿਨੋਕਾਰਾਂ ਨੂੰ ਘੱਟੋ ਘੱਟ ਪੜਾਅ ਤੇ ਸੰਬੰਧਿਤ ਸਰਕਾਰਾਂ ਦੀ ਇਨਸਾਫ ਪਸੰਦੀ ਤੇ ਪੂਰਨ ਭਰੋਸਾ ਸੀ ਤੇ ਉਹ ਲਾਹੇਵੰਦ ਸਿੱਟੇ ਦੀ ਆਸ ਰੱਖਦਿਆਂ ਹਾਕਮਾਂ ਤੱਕ ਉਹਨਾਂ ਨੇ ਪਹੁੰਚ ਕੀਤੀ ਸੀ। ਇੱਥੇ ਰਹਿ ਰਹੇ ਪ੍ਰਵਾਸੀ ਭਾਰਤੀ ਹੁਣ ਆਪਣੇ ਪਰਿਵਾਰਾਂ ਨੂੰ ਇੱਥੇ ਲਿਆਉਣ ਦੀ ਆਗਿਆ ਚਾਹੁੰਦੇ ਸਨ। ਇਹਨਾਂ ਪਰਿਵਾਰਾਂ ਦੀ ਗਿਣਤੀ 2500 ਤੋਂ 3000 ਵਿਚਾਲੇ ਹੋਵੇਗੀ ਤੇ ਔਸਤਨ ਇੱਕ ਪਰਿਵਾਰ ਦੇ 5 ਜੀ ਹੋਣ ਤਾਂ ਇਸ ਨਾਲ ਹਿੰਦੂ ਆਬਾਦੀ ਵਿੱਚ ਇੱਕਦਮ 1200 ਤੋਂ 1500 ਦਾ ਵਾਧਾ ਹੋ ਜਾਵੇਗਾ। ਸਾਡਾ ਨਜ਼ਰੀਆ ਇਹ ਹੈ ਕਿ ਇਸ ਮੁੱਦੇ ਤੇ ਅਸੀਂ ਭਾਰਤੀਆਂ ਨੂੰ ਇਸ ਮੰਗ ਨੂੰ ਨਕਾਰਦਿਆਂ ਸਿਵਾਏ ਆਪਣੀ ਪਾਰਲੀਮੈਂਟ ਦੇ ਹੋਰ ਕਿਸੇ ਨੂੰ ਜਵਾਬਦੇਹ ਨਹੀਂ ਹਾਂ। ਸੋ ਇਹ ਵਰਤਾਰਾ ਸੀ ਕੈਨੇਡਾ ਸਰਕਾਰ ਦਾ ਭਾਰਤ ਤੋਂ ਆਏ ਸਿੱਖਾਂ ਪ੍ਰਤੀ ਤੇ ਹੋਰ ਭਾਈਚਾਰੇ ਪ੍ਰਤੀ ਜੋ ਅਸੀਂ ਤੁਹਾਨੂੰ ਦੱਸਿਆ ਹੈ। ਸੋ ਆਪਣੇ ਪਰਿਵਾਰਾਂ ਨੂੰ ਇੱਥੇ ਮਿਲਾਉਣ ਦੇ ਲਈ ਅਤੇ ਆਪਣੇ ਅਧਿਕਾਰ ਲੈਣ ਦੇ ਲਈ ਸਿੱਖਾਂ ਨੇ ਅਤੇ ਹੋਰ ਭਾਰਤੀਆਂ ਨੇ ਕਿਸ ਤਰ੍ਹਾਂ ਲੜਾਈ ਲੜੀ, ਆਉਣ ਵਾਲੇ ਭਾਗਾਂ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਤਦ ਤੱਕ ਅਸੀਂ ਇਜਾਜ਼ਤ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।